ਅੱਜ ਆਪਾਂ ਗੱਲ ਕਰਦੇ ਹਾਂ ਜਿਹੜਾ ਬੀਜੇਪੀ ਦਾ ਅਬੋਹਰ ਦੇ ਐਮਐਲਏ ਦੀ ਕੁੱਟਮਾਰ ਹੋਈ ਹੈ। ਮੈਂ ਕੁੱਟਮਾਰ ਦਾ ਹਮੈਤੀ ਨਹੀਂਗਾ, ਮੈਂ ਵਾਇਲੈਂਸ ਦਾ ਕੋਈ ਹਮੈਤੀ ਨਹੀਂਗਾ ਔਰ ਇਸ ਤਰ੍ਹਾਂ ਦੀ ਕੋਈ ਜਿਹੜੀ ਹਰਕਤ ਨਹੀਂ ਹੋਣੀ ਚਾਹੀਦੀ। ਪਰ ਇੱਕ ਵਾਰੀ ਝਾਤ ਮਾਰ ਕੇ ਦੇਖੀਏ ਕਿ ਨੌਬਤ ਕਿਉਂ ਆ ਰਹੀ ਆ ਸਾਡੇ ਦੇਸ਼ ਦੇ ਵਿੱਚ ਕਿ ਲੋਕੀ ਐਮਐਲਏ ਦੇ ਗਲ ਪੈਣ ਲੱਗ ਗਏ, ਉਹਨਾਂ ਦੇ ਕੱਪੜੇ ਪਾੜਨ ਲੱਗ ਗਏ, ਉਹਨਾਂ ਨੂੰ ਚਪੇੜਾ ਮਾਰਨ ਲੱਗ ਗਏ। ਕਿਉਂ ਨੌਬਤ ਆ ਰਹੀ ਹੈ? ਮੈਂ ਸਮਝਦਾ ਕਿ ਇਹਦੇ ਸਿੱਧੀ ਬੀਜੇਪੀ ਦੀ ਸਰਕਾਰ ਜ਼ਿੰਮੇਵਾਰ ਹੈ। ਉਹ ਪੰਜਾਬੀ ਦੀ ਸਾਦੀ ਜੀ ਕਹਾਵਤ ਹੈ ਨਾ ਕਿ ਜੋ ਬੀਜੋਗੇ ਉਹੀ ਵੱਢੋਗੇ। ਪਿਛਲੇ 6 ਮਹੀਨਿਆਂ ਤੋਂ ਬੀਜੇਪੀ ਨੇ ਨਫ਼ਰਤ ਬੀਜੀ ਹੈ ਇਸ ਦੇਸ਼ ਵਿੱਚ। ਕਿਸਾਨ 6 ਮਹੀਨਿਆਂ ਤੋਂ ਸੜਕਾਂ ਤੇ ਭੁੰਜੇ ਬੈਠੇ ਨੇ, ਪਹਿਲਾਂ ਤਪਸ਼ 'ਚ ਬੈਠੇ, ਫਿਰ ਅੱਤ ਦੀ ਸਰਦੀ ਵਿੱਚ ਬੈਠੇ। 300 ਤੋਂ ਉੱਤੇ ਕਿਸਾਨ ਉਹਨਾਂ ਦੀ ਮੌਤ ਹੋ ਚੁੱਕੀ ਹੈ। ਇੱਕ ਨੌਜਵਾਨ ਨਵਰੀਤ ਸਿੰਘ ਗੋਲੀ ਦਾ ਸ਼ਿਕਾਰ ਹੋ ਚੁੱਕਾ। ਪਤਾ ਨਹੀਂ ਕਿੰਨਿਆਂ ਦੇ ਉੱਤੇ ਪਰਚੇ ਦਰਜ ਕਰਕੇ, ਉਹਨਾਂ ਦੀ ਕੁੱਟਮਾਰ ਕਰਕੇ, ਜਲਾਲਤ ਕਰਕੇ, ਉਹਨਾਂ ਦੀਆਂ ਦਸਤਾਰਾਂ ਲਾ ਕੇ, ਉਹਨਾਂ ਦੀ ਦਾੜੀਆਂ ਪੁੱਟ ਕੇ ਉਹਨਾਂ ਦੀ ਤੋਹੀਨ ਕੀਤੀ ਹੈ ਔਰ ਕਿਸਾਨਾਂ ਦੀ ਅਣਸੁਣੀ ਕੀਤੀ ਜਾ ਰਹੀ ਹੈ। ਉਸ ਵਰਗ ਦੀ ਅਣਸੁਣੀ ਕੀਤੀ ਜਾ ਰਹੀ ਜਿਹੜੀ ਸਾਰੀ ਦੁਨੀਆ ਨੂੰ ਰੋਟੀ ਖਵਾਉਂਦਾ ਹੋਵੇ। ਤੇ ਮੈਨੂੰ ਤੁਸੀਂ ਦੱਸੋ, ਜੇ ਇੱਕ ਐਮਐਲਏ ਦੀ ਕੁੱਟਮਾਰ ਹੋ ਗਈ ਤੇ ਕਿੰਨੀ ਹਾਹਾਕਾਰ ਮਚੀ ਹੋਈ ਹੈ। ਸਾਰੀ ਬੀਜੇਪੀ ਤਰਲੋ ਮੱਛੀ ਹੋ ਰਹੀ ਆ। ਪੰਜਾਬ 'ਚ ਕਹਿੰਦੇ ਜੀ ਰਾਸ਼ਟਰਪਤੀ ਰਾਜ ਲੱਗਣਾ ਚਾਹੀਦਾ ਵਾ, ਤੇ ਜਿਹੜੇ ਨਿਤ ਦਿਨ ਇੱਥੇ ਕੇਂਦਰ ਦੀ ਸਰਕਾਰ ਵੱਲੋਂ ਵਧੀਕੀਆਂ ਹੋ ਰਹੀਆਂ ਨੇ ਸਾਰੇ ਦੇਸ਼ ਵਿੱਚ, ਉਹਨਾਂ ਦਾ ਜਵਾਬ ਕੌਣ ਦੇਵੇਗਾ? ਇਸ ਲਈ ਬੀਜੇਪੀ ਦੀ ਸਰਕਾਰ ਨੂੰ ਔਰ ਪ੍ਰਾਈਮ ਮਿਨਿਸਟਰ ਨੂੰ ਚਾਹੀਦਾ ਵਾ ਕਿ ਇੱਕ ਵਾਰ ਇਨਸਾਨੀ ਨਾਤੇ ਆਪਣੇ ਦਿਲ ਨੂੰ ਅੱਛੀ ਤਰ੍ਹਾਂ ਜ਼ਮੀਰ ਨੂੰ ਪੁੱਛਣ ਕਿ ਅਸੀਂ ਜੋ ਕੁਝ ਕਰ ਰਹੇ ਇਸ ਦੇਸ਼ ਵਿੱਚ ਕੀ ਠੀਕ ਕਰ ਰਹੇ ਹਾਂ? ਅਸੀਂ ਕਿਸਾਨਾਂ ਦੇ ਨਾਲ ਜੋ ਦੁਰਵਿਵਹਾਰ ਕਰ ਰਹੇ ਨੇ, ਜੋ ਉਹਨਾਂ ਦੀਆਂ ਜਾਇਜ਼ ਹੱਕੀ ਮੰਗਾਂ ਨੂੰ ਲੈ ਕੇ ਉਹਨਾਂ ਨੂੰ ਕਦੀ ਖਾਲਿਸਤਾਨੀ ਕਹਿੰਦੇ ਨੇ, ਕਦੀ ਹੁੱਲੜਬਾਜ਼ ਕਹਿੰਦੇ ਨੇ, ਉਹਨਾਂ ਨੂੰ ਟਿੱਚਰਾ ਕਰਦੇ ਨੇ। ਕਿਸੇ ਵੀ ਵਿਅਕਤੀ ਨੂੰ ਜੋ ਆਪਾਂ ਉਹਦੇ ਬਿਯੋਂਡ ਅ ਸਰਟਨ ਲਿਮਿਟ ਉਹਨੂੰ ਅਸੀਂ ਟਿੱਚਰਾ ਕਰਾਂਗੇ, ਉਹਨੂੰ ਝੇਡਾ ਕਰਾਂਗੇ, ਉਹਨੂੰ ਛੇੜਾਂਗੇ, ਉਹ ਡੈਫੀਨੇਟਲੀ ਰਿਐਕਟ ਕਰੇਗਾ। ਉਦੋਂ ਜਿਹੜਾ ਕਿਸਾਨਾਂ ਨੇ ਉਸ ਬੀਜੇਪੀ ਦੇ ਐਮਐਲਏ ਨੂੰ ਮਲੋਟ ਵਿੱਚ ਕੁੱਟਮਾਰ ਕੀਤੀ ਜਾਂ ਨੰਗਾ ਕੀਤਾ, ਉਹਨਾਂ ਦਾ ਕੋਈ ਦਿਲ ਥੋੜ੍ਹਾ ਜਿਹਾ ਕਰਦਾ। ਉਹ ਕੋਈ ਮਿੱਥ ਕੇ ਥੋੜ੍ਹੋ ਆਏ ਸੀਗੇ। ਉਹ ਤਾਂ ਆਪਣਾ ਇੱਕ ਵਿਰੋਧ ਦਰਜ ਕਰਨ ਦਾ ਉਹਨਾਂ ਦਾ ਤਰੀਕਾ ਸੀਗਾ। ਲੇਕਿਨ ਜਦੋਂ ਇਸ ਤਰ੍ਹਾਂ ਦੇ ਜਜ਼ਬਾਤ ਲੋਕਾਂ ਦੇ ਭੜਕੇ ਹੋਣ, ਅੰਦਰੋਂ ਭਰੇ ਪੀਤੇ ਹੋਣ, ਸਬਰ ਦਾ ਪਿਆਲਾ ਉਹਨਾਂ ਦਾ ਛਲਕਦਾ ਹੋਵੇ, ਇਹ ਗੱਲਾਂ ਨੋਰਮਲ ਕੋਰਸ ਵਿੱਚ ਇਸ ਤਰ੍ਹਾਂ ਦੇ ਰਿਐਕਸ਼ਨਸ ਹੋ ਜਾਂਦੇ ਨੇ। ਇਸ ਕਰਕੇ ਬਜਾਏ ਕਿ ਬੀਜੇਪੀ ਬਦਲਾਖੋਰੀ ਤੋਂ ਉੱਤਰ ਕੇ ਉਹਨਾਂ ਕਿਸਾਨਾਂ ਦੇ ਖਿਲਾਫ ਪਰਚੇ ਦਰਜ ਕਰਕੇ ਫੜੋ, ਉਹਨਾਂ ਨੂੰ ਅੰਦਰ ਦਿਓ, ਉਹਨਾਂ ਦੀ ਕੋਈ ਨਿੱਜੀ ਦੁਸ਼ਮਣੀ ਥੋੜ੍ਹੋ ਹੈ ਮਿਸਟਰ ਨਾਰੰਗ ਦੇ ਨਾਲ, ਅਬੋਹਰ ਦੇ ਐਮਐਲਏ ਦੇ ਨਾਲ। ਇਸ ਲਈ ਬੀਜੇਪੀ ਨੂੰ ਆਪਣਾ ਕੰਮ ਕਰਨ ਦਾ ਤਰੀਕੇਕਾਰ ਸੁਧਾਰਨਾ ਚਾਹੀਦਾ। ਮੈਂ ਥੋੜੀ ਜੀ ਗੱਲ ਆਪਣੀ ਵੀ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਮੇਰੇ ਤੇ ਪਿਛਲੇ ਦਿਨਾਂ 'ਚ ਈਡੀ ਦੇ ਰੇਡ ਹੋਏ ਨੇ। ਪਹਿਲੀ ਗੱਲ ਤਾਂ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੇ ਸੈਂਕੜੇ ਹਜ਼ਾਰਾਂ ਕਰੋੜਾਂ ਰੁਪਏ ਦਾ ਚੂਨਾ ਲਾ ਰਹੇ ਇਸ ਦੇਸ਼ ਨੂੰ, ਚਾਹੇ ਉਹ ਤਾਕਤਵਰ ਸਿਆਸਤਦਾਨ ਨੇ, ਚਾਹੇ ਉਹ ਵੱਡੇ ਵਪਾਰੀ ਨੇ, ਤੇ ਚਾਹੇ ਉਹ ਕਰਪਟ ਆਫਿਸਰਸ ਨੇ, ਉਹਨਾਂ ਦੇ ਖਿਲਾਫ ਤਾਂ ਈਡੀ ਨੇ ਕਦੀ ਕੋਈ ਤਹਿਕੀਕਾਤ ਨਹੀਂ ਕੀਤੀ। ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਈਡੀ ਨੇ 2019 ਦੇ ਵਿੱਚ ਇਸ ਦੇਸ਼ ਦੇ ਸ਼ਾਇਦ ਪ੍ਰਾਈਮ ਮਿਨਿਸਟਰ ਦੇ ਹੁਕਮ ਦੇ ਨਾਲ ਇਨਫੋਰਸਮੈਂਟ ਡਾਇਰੈਕਟੋਰੇਟ ਵਿੱਚ ਇੱਕ ਸਪੈਸ਼ਲ ਟਾਸਕ ਫੋਰਸ ਕ੍ਰੀਏਟ ਕੀਤੀ ਗਈ ਸੀ 2019 17 ਫਰਵਰੀ ਨੂੰ। ਇਹ ਸਾਰਾ ਕੁਝ ਮੈਂ ਔਨ ਰਿਕਾਰਡ ਕਹਿ ਰਿਹਾ ਵਾਂ। ਸਪੈਸ਼ਲ ਟਾਸਕ ਫੋਰਸ STF, ਉਹਦਾ ਕੰਮ ਕੀ ਸੀਗਾ? ਉਹਦਾ ਕੰਮ ਸੀਗਾ ਕਿ ਨਾਰਕੋ ਟੈਰਰਿਜ਼ਮ ਨੂੰ ਕੰਟਰੋਲ ਕਰੇਗੀ। ਜਿਹੜਾ ਇਸ ਦੇਸ਼ ਵਿੱਚ ਕ੍ਰਾਸ ਬਾਰਡਰ ਜਿਹੜਾ ਹਥਿਆਰ ਆਉਂਦੇ ਨੇ, ਜਿਹੜੇ ਡਰੱਗਸ ਆਉਂਦੇ ਨੇ, ਜਿਹੜਾ ਉਸ ਦੇ ਨਾਲ ਪੈਸਾ ਆਉਂਦਾ ਵਾ, ਉਸ ਨੂੰ ਨੱਥ ਪਾਉਣ ਵਾਸਤੇ ਇਹ STF ਦਾ ਗਠਿਤ ਕੀਤਾ ਗਿਆ ਸੀਗਾ। 3 ਸੂਬਿਆਂ ਵਿੱਚ ਵਿਸ਼ੇਸ਼ ਤੌਰ ਤੇ ਇਹਦਾ ਰੋਲ ਸੀ ਡਿਫਾਈਨ ਕੀਤਾ। ਇੱਕ ਸੀਗਾ ਰਾਜਸਥਾਨ, ਇੱਕ ਸੀ ਪੰਜਾਬ, ਤੇ ਇੱਕ ਜੰਮੂ ਕਸ਼ਮੀਰ। ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਇਸ STF ਨੇ, ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵਿੱਚ ਹੀ ਸੈਟਅਪ ਕੀਤੀ ਗਈ ਹੈ, ਇਸ ਨੇ ਪਿਛਲੇ 2 ਸਾਲਾਂ ਵਿੱਚ ਇਨ 3 ਸੂਬਿਆਂ ਵਿੱਚ ਕਿਤੇ ਰੇਡ ਨਹੀਂ ਕੀਤਾ। ਨਾਰਕੋ ਟੈਰਰਿਜ਼ਮ ਦੇ ਨਾਮ ਤੇ ਡਰੱਗਸ ਦੇ ਪੈਸੇ ਨੂੰ ਲੋਕੇਟ ਕਰਨ ਦੀ ਜਿਹੜੇ ਵੱਡੇ ਡਰੱਗ ਤਸਕਰ ਹੋਏ ਨੇ ਇੱਥੇ, ਜਗਦੀਸ਼ ਭੋਲੇ ਵਰਗੇ, ਜਾਂ ਜਿਹੜਾ ਹੁਣੇ ਸਰਪੰਚ ਰਾਣੂ ਫੜਿਆ ਗਿਆ, ਜਾਂ ਉਸ ਤੋਂ ਪਹਿਲਾਂ ਰਾਜਾ ਕੰਦੋਲਾ, ਤੇ ਪਤਾ ਨਹੀਂ ਕਿੰਨੇ 500 ਕਰੋੜ, 1000 ਕਰੋੜ, 2.5 ਕਰੋੜ ਦੇ ਡਰੱਗਸ ਦੇ ਮੁਕੱਦਮੇ ਪੈਂਡਿੰਗ ਨੇ ਈਡੀ ਦੇ ਕੋਲ, ਜਿਹਦੇ 'ਚ ਇੱਕ ਕੇਸਾਂ ਵਿੱਚ ਵਿਕਰਮ ਮਜੀਠੀਆ ਦਾ ਵੀ ਨਾਮ ਆ ਰਿਹਾ ਕਿ ਉਹਨੇ 35 ਲੱਖ ਰੁਪਇਆ ਇੱਕ ਆਦਮੀ ਨੇ ਉਹਨੂੰ ਡਰੱਗ ਮਨੀ ਚੋਂ ਇਲੈਕਸ਼ਨ ਫੰਡ ਵਿੱਚ ਉਹਦੇ ਡਰਾਇੰਗ ਰੂਮ 'ਚ ਬਹਿ ਕੇ ਅੰਮ੍ਰਿਤਸਰ ਵਿੱਚ ਪੈਸੇ ਦਿੱਤੇ। ਉਹਦੀ ਕਿਸੇ ਨੇ STF ਨੇ ਜਾਂਚ ਨਹੀਂ ਕੀਤੀ, ਕਿਸੇ ਦੇ ਰੇਡ ਨਹੀਂ ਕੀਤਾ। ਸਿਰਫ ਪੰਜਾਬ ਵਿੱਚ 3.25 ਕਰੋੜ ਆਬਾਦੀ ਚੋਂ ਕੱਲਾ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਰੇਡ ਕੀਤਾ ਗਿਆ ਈਡੀ ਵੱਲੋਂ, ਉਸ STF ਵੱਲੋਂ, ਛੋਟੀ ਮੋਟੀ ਈਡੀ ਵੱਲੋਂ ਨਹੀਂ। ਜਿਹੜੀ ਸਪੈਸ਼ਲ ਟਾਸਕ ਫੋਰਸ ਬਣਾਈ ਗਈ ਸੀ ਸਾਰੇ ਦੇਸ਼ ਵਿੱਚ ਡਰੱਗਸ ਨੂੰ ਦੇ ਪੈਸੇ ਨੂੰ ਕੰਟਰੋਲ ਕਰਨ ਲਈ, ਉਹਨੇ ਸਾਰੇ ਦੇਸ਼ ਵਿੱਚ ਜੰਮੂ ਕਸ਼ਮੀਰ 'ਚ, ਰਾਜਸਥਾਨ ਤੇ ਪੰਜਾਬ ਤੇ ਹੋਰ ਸੂਬਿਆਂ ਵਿੱਚ ਕਿਤੇ ਰੇਡ ਨਹੀਂ ਕੀਤਾ। ਪਹਿਲਾ ਰੇਡ ਸੁਖਪਾਲ ਸਿੰਘ ਖਹਿਰਾ ਤੇ। ਤੁਹਾਨੂੰ ਲੱਗਦਾ ਮੈਂ ਕੋਈ ਡਰੱਗ ਤਸਕਰ ਜਾਂ ਡਰੱਗ ਮਾਫੀਆ ਵਾਂ?
मैं तो एक विसल ब्लोअर हाँ, मैं तो एक क्रूसेडर हाँ, मैं तो एक भ्रिष्टाचार के खिलाफ, गलत बेइंसाफियां के खिलाफ लड़न वाला एक व्यक्ति हाँ, सिर्फ एक इंडिविजुअल। तो मैनू टारगेट किया गया। मैनू पता है टारगेट इसलिए किया गया क्योंकि मैं पिछले काफ़ी अरसे तो बीजेपी की गलत नीतियां, चाहे वो जम्मू कश्मीर को तोड़ना सी, आर्टिकल 370 एब्रोगेट करके स्टेट के 2 टुटे किए गए, सारे देश ने बड़ियां ताड़ियां मारियां, चंगे भले सुलझे हुए लीडर ने भी बीजेपी की सपोर्ट की। मैं उदों भी उसका विरोध किया कि फैडरल ढांचे उत्ते डाका वा, अज जम्मू कश्मीर तोड़िया, कल पंजाब या होर स्टेट्स भी तोड़नगे ये बीजेपी की सरकार। मैं उदों भी विरोध किया। उस तो बाद CAA का बिल लिया गया जिहड़ा एंटी माइनॉरिटी सीगा, मैं उसका विरोध किया। उस तो बाद UAPA जिहड़ा युवापा लॉ काला कानून होया सारे देश में और पंजाब में जिथे भी किते गलत लोगों के खिलाफ, मैं उसका विरोध किया। किसान अंदोलन का पूरा डट के समर्थन किया। नवरीत सिंह डिबडिबा का कतल जिहड़ा होया पुलिस वालों, उसका डट के विरोध किया, ਉਹਦਾ निशाने वजों मैनू बनाया गया। और तुसीं हैरान होवोगे कि पिछले कुछ दिनों तो मैं अखबारां पढ़ रहा सीगा किस तरह मिथ के निशाने बना रही है अपने सियासी विरोधियों को, और इन्हां एजेंसी का दुरुपयोग कर रही बीजेपी। इसका कोई फायदा नहीं होगा देश को अल्टीमेटली। मैं 4-5 दिन पहला खबर पढ़ी, एक राजधानी बॉम्ब ब्लास्ट होया सीगा वैस्ट बंगाल दे विच 2009 11 साल बाद, क्योंकि वैस्ट बंगाल इलैक्शन चल रही है। एक उत्थे दा TMC का तृणमूल कांग्रेस का लीडर सी एक चतुरधर महाटो, उन्होंने इलैक्शन के दौरान उतों NIA ने जाके चक लिया, उतों अरेस्ट पाती। वो 11 साल का पुराने केस में इलैक्शनों के दौरान TMC जिहड़ा कि कट्टर विरोधी पार्टी आ ममता बनर्जी की, बीजेपी के खिलाफ लड़ रही इलैक्शन, उन्होंने उतों एक लीडर को चक के इस पुराने मुकदमे में ठोक दिता। मुफ्ती महबूबा मुफ्ती सईद जिहड़ी जम्मू कश्मीर की चीफ मिनिस्टर रही है, उन्होंने इन्फोर्समेंट डायरैक्टरेट उन्होंने कर रही है, इंटैरोगेट कर रही, इन्वेस्टिगेट कर रही है। जे मुफ्ती महबूबा मुफ्ती ते PDP पार्टी जम्मू कश्मीर की बीजेपी के नाल होवे, फिर वो दुध धोती हुई है, फिर उसके खिलाफ कोई कार्रवाई नहीं होगी। तो जिदन वो इन्हों के खिलाफ बोले टुट जाए, तो फिर हुण उत्थों की साबका मुख्यमंत्री एक औरत को पहला नज़रबंद रखा, बहुत महीने शायद साल ही रखा होगा, तो हुण उसके खिलाफ इन्फोर्समेंट डायरैक्टरेट जी जांच से इंक्वायरी कर रही। चलो वो तो चीफ मिनिस्टर रही है, उन्हें दफ्तर हंडाया वा, हो सकता उन्हें कोई मनी लॉन्ड्रिंग की गल की हो, लेकिन मेरे वर्गा आदमी जिहदे ते अल्टीमेटली आ जाके कुल मिला के उसकी जिंदगी की बैलेंस शीट कड्डी होवे, तो कर्जा वा, एक आदमी जिहदे ते डेट हैगा कि वह मनी लॉन्ड्रिंग कर सकता वा, तो जिहड़ा एफिडेविट भी फाइल किया ED ने हाईकोर्ट में बहुत ਵਧਾ ਚੜਾ के मेरा 12 साल के अकाउंट्स ਨੂੰ फरोलिया इन्फोर्समेंट डायरैक्टर ने। फरोल सकते हैं, ਅਸੀਂ ਉਹਨਾਂ ਨੂੰ ਕੋਆਪਰੇਟ भी कर रहे, मैं उन्होंने जवाब भी दे रहा ਸੀ। पंजाब हरियाणा हाईकोर्ट का दरवाजा भी खड़काया होया वा, उत्थे मेरा केस पेंडिंग है, इन्वेस्टिगेट कर सकते हैं। पर जरा सोचो तो सही कि 12 सालों में ਤੁਹਾਨੂੰ ਕੀ ਲੱਭ ਰਿਹਾ, ਉਹਦੇ ਕੋਲੋਂ चंद ਲੱਖਾਂ रुपए ਦੀਆਂ कैश ट्रांजैक्शन का इल्जाम लाया 12 सालों च। और मेरे को अपनी खेती की आमदन हैगी, मैं अपने घर के खर्चों तो बाद अगर कुछ थोड़े पैसे बैंक कैश जमा करा देना, कोई गुनाह नहीं सी कर देता। देखो उन्होंने लोगों वाल जिन्होंने बड़े बड़े 7 स्टार होटल बनाए हैं, सैकड़े बसा बनाई ने, बड़े बड़े फार्म हाउस बनाए हैं। इसे देश में कई स्टेटों में उन्होंने कोठियां, रिहायशगावां, व्यापार, रियल एस्टेट बिजनेसिस, ओवरसीज रियल एस्टेट बिजनेसिस, ओवरसीज प्रॉपर्टीज, उन्होंने तो इन्फोर्समेंट डायरैक्टरेट ED इन्वेस्टिगेट नहीं करती। मैंने कोई इस गल का गिला नहीं गा, ठीक है, जो करता वा कुदरत बड़ी बेअंत है। वो गुरबाणी की कहावत है ना कि कूड़ नखुट्टे नानका उड़क सच रहे। गुरु नानक साहब का फरमान सच के मुतलक गलत नहीं होगा साबित। अल्टीमेट जी जित हैगी वो सच की होगी। पर जो कुछ बीजेपी की सरकार इस देश में घट गिनतियों के खिलाफ, ह्यूमन राइट एक्टिविस्ट के खिलाफ, जोड़े लोग आवाज़ चकते हैं उन्होंने खिलाफ, जो काले कानून, जो अपन एजेंसियों का दुरुपयोग करते, इसका अल्टीमेट नैट रिजल्ट इस देश के खिलाफ जाएगा। कभी भी कुछ तुसी नफरत के बीज बीजोगे तो तुसी ਉਹਦੇ ਤੇ कोई चंगियाई ते चंगी खुशबू की उम्मीद नहीं कर सकते उस फसल विचों। ताइयों मैं शुरू च कहा सीगा कि बीजेपी के MLA ਨੂੰ ਜਿਹੜਾ ਕੁੱਟਿਆ ਉਹ ठीक है गलत किया वा, ਉਹਦੇ कपड़े पाड़े गलत किया, मैं कोई कुटमार का सपोर्टर नहीं गा, पर तुसी नफरत बीज रहे हो तो नफरत ही वड्डोगे। यही बीजेपी के सामने एक दिन शीशे वांगू सामने आवे। अज तो उन्होंने कोल सत्ता वा, वो लोगों को चक चक के ठोकी तुरे आते हैं, मन लिया, पर कभी सत्ता किसी को सदा वास्ते रही है। इत्थे तो की कहते होंगे बाबर वर्गे नहीं टिक सके। औरंगजेब अपने आप को कहता सीगा कि मैं
ਮੇਰੇ ਨਾਲ ਦਾ ਕੋਈ ਵੱਡਾ ਬਾਦਸ਼ਾਹ ਨਹੀਂਗਾ, ਉਹ ਨਹੀਂ ਲੱਭਦਾ ਅੱਜ, ਉਹਦੀ ਮਜ਼ਾਰ ਨਹੀਂ ਲੱਭਦੀ, ਉਹਦੀ ਮਜ਼ਾਰ ਤੇ ਲੋਕੀ ਜਾ ਕੇ ਜੁੱਤੀਆਂ ਮਾਰਦੇ ਨੇ। ਇਸ ਕਰਕੇ ਦੇਸ਼ ਦੀ ਸਰਕਾਰ ਨੂੰ ਫੋਕਸ ਇੱਥੇ ਅਨਪੜ੍ਹਤਾ ਤੇ ਕਰਨਾ ਚਾਹੀਦਾ, ਇੱਥੇ ਬੇਰੁਜ਼ਗਾਰੀ ਤੇ ਕਰਨਾ ਚਾਹੀਦਾ, ਇੱਥੇ ਗੁਰਬਤ ਤੇ ਕਰਨਾ ਚਾਹੀਦਾ। ਇਸ ਦੇਸ਼ ਦੀ ਐਜੂਕੇਸ਼ਨ ਤੇ ਹੈਲਥ ਕੇਅਰ ਨੂੰ ਸੁਧਾਰਨਾ ਚਾਹੀਦਾ, ਨਾ ਕਿ ਆਪਣੇ ਪੋਲੀਟੀਕਲ ਵਿਰੋਧੀਆਂ ਨੂੰ ਟਾਰਗੇਟ ਕਰ ਕਰਕੇ, ਬਦਨਾਮ ਕਰ ਕਰਕੇ, ਊਲ ਜਲੂਲ ਝੂਠੇ ਇਲਜ਼ਾਮ ਲਾ ਕੇ ਤੁਸੀਂ ਉਹਨਾਂ ਨੂੰ ਖਤਮ ਕਰਨ ਦੇ ਚੱਕਰ ਵਿੱਚ ਪਿਆ। ਖਤਮ ਤੁਸੀਂ ਨਹੀਂ ਕਰ ਸਕਦੇ। ਉਹੀ ਕੁਦਰਤ ਆ, ਉਹ ਵਾਹਿਗੁਰੂ ਆ, ਉਹਦੇ ਹੱਥ ਵਿੱਚ ਆ ਮਰਨਾ ਜੰਮਣਾ। ਕਿਸੇ ਦੇ ਵਾਸਤੇ ਉਸਨੇ ਕੀ ਰੱਖਿਆ ਵਾ, ਕੀ ਲਿਖਿਆ ਉਹਦੇ ਭਵਿੱਖ ਵਿੱਚ, ਉਹ ਕੋਈ ਵਿਅਕਤੀ ਤੇ ਕੋਈ ਸਰਕਾਰ ਤੈਅ ਨਹੀਂ ਕਰ ਸਕਦੀ, ਉਹੀ ਤੈਅ ਕਰ ਸਕਦਾ। ਇਸ ਕਰਕੇ ਮੈਂ ਸਮਝਦਾ ਕਿ ਅੱਜ ਵੀ ਬੀਜੇਪੀ ਅਗਰ ਆਪਣੇ ਆਪ ਨੂੰ ਸੁਧਾਰੇ, ਸਭ ਤੋਂ ਪਹਿਲਾਂ ਕਿਸਾਨਾਂ ਦੀਆਂ ਮੰਗਾਂ ਮੰਨਣ, ਉਹਨਾਂ ਨੂੰ ਬਾਇਜ਼ਤ ਘਰਾਂ ਨੂੰ ਮਤ ਤੋਰਨ। ਜਿੰਨੇ ਝੂਠੇ ਪਰਚੇ ਕਰ ਰਹੀ ਹੈ ਆਪਣੇ ਸਿਆਸੀ ਵਿਰੋਧੀਆਂ ਦੇ, ਉਸ ਨੂੰ ਸਾਰਿਆਂ ਨੂੰ ਰੱਦ ਕਰਨ। ਔਰ ਜਿਹੜੇ ਬਜ਼ੁਰਗ ਨੇ, ਵਰਵਰਾ ਰਾਓ ਵਰਗੇ ਜਿਹੜੇ ਇੰਟੈਲੈਕਚੁਅਲ ਲੋਕ ਨੇ, ਉਹਨਾਂ ਤੇ UAP ਲਾ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਹੋਇਆ ਵਾ। 75 ਸਾਲ ਦੇ, 80 ਸਾਲ ਦੇ ਲਿਖਾਰੀਆਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਹੋਇਆ ਵਾ। ਛੋਟੇ ਛੋਟੇ ਬੱਚਿਆਂ ਨੂੰ, ਜਿਹੜੇ ਮਾੜਾ ਜਿਹਾ ਕੋਈ ਫਾਰਮਰ ਐਜੀਟੇਸ਼ਨ ਵਿੱਚ ਕਿਸੇ ਨੇ ਟਵੀਟ ਕਰ ਦਿੱਤਾ, ਉਹ ਜਿਹੜੇ ਕਲਾਈਮੇਟ এনवायरमेंटलिस्ट ਸੀਗੀਆਂ, ਸ਼ਾਇਦ ਦਿਸ਼ਾ ਰਵੀ ਲੜਕੀ, ਇੱਕ ਨੌਜਵਾਨ 21 ਸਾਲ ਦਾ ਮੁੰਡਾ ਇੰਜੀਨੀਅਰਿੰਗ ਪੜ੍ਹਦਾ, ਸਾਰਿਆਂ ਦੇ ਪਰਚੇ ਦਰਜ ਕੀਤੇ। ਇਹਦਾ ਕਦੀ ਵੀ ਚੰਗਾ ਨਤੀਜਾ ਇਸ ਦੇਸ਼ ਵਾਸਤੇ ਨਹੀਂ ਨਿਕਲੇਗਾ। ਇਸ ਲਈ ਮੈਂ ਜਸਟੀਫਾਈ ਨਹੀਂ ਕਰਦਾ, ਪਰ ਮੇਰਾ ਮੰਨਣਾ ਵਾ ਕਿ ਜੋ ਕੁਝ ਕਿਸਾਨ ਭਰੇ ਪੀਤੇ ਪਏ ਨੇ, ਉਹਨਾਂ ਦੇ ਜਜ਼ਬਾਤ ਉਬਲੇ ਪਏ ਨੇ, ਉਹ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਨਰੰਗ ਤੋਂ ਵੀ ਜ਼ਿਆਦਾ ਕਿਸੇ ਦੀ ਕੁੱਟਮਾਰ ਕਰ ਦੇਣ। ਔਰ ਬੀਜੇਪੀ ਨੂੰ ਚਾਹੀਦਾ ਵਾ ਕਿ ਆਪਣੇ ਸੰਜਮ ਵਿੱਚ ਰਹਿਣ। ਉਹਨਾਂ ਨੂੰ ਗਲਤ ਸ਼ਬਦਾਵਲੀ, ਉਹਨਾਂ ਨੂੰ ਹੁਣ ਕਹਿਣ ਲੱਗੇ ਜੀ ਕਾਂਗਰਸ ਦੇ ਏਜੰਟ। ਜੇ ਉਹ ਕਾਂਗਰਸ ਦੇ ਏਜੰਟ ਹੁੰਦੇ ਤੇ ਫਿਰ ਉਹ ਭਾਰਤੀ ਕਿਸਾਨ ਯੂਨੀਅਨ ਲਈ ਆਪਣੀ ਸਾਰੀ ਜ਼ਿੰਦਗੀ ਨਾ ਲਾ ਦਿੰਦੇ। ਇਹ ਲੋਕ 35 40 50 ਸਾਲ ਤੋਂ ਇਹਨਾਂ ਜਥੇਬੰਦੀਆਂ ਦੇ ਨਾਲ ਜੁੜ ਕੇ ਕੰਮ ਕਰ ਰਹੇ ਨੇ। ਮਨੁੱਖਤਾ ਦਾ, ਕਿਸਾਨਾਂ ਦਾ, ਕਿਰਤੀਆਂ ਦਾ, ਕਾਮਿਆਂ ਦਾ, ਖੇਤ ਮਜ਼ਦੂਰਾਂ ਦਾ ਕੰਮ ਕਰਦੇ ਨੇ। ਇਸ ਲਈ ਇਹ ਮੇਰੇ ਅੱਜ ਦੇ ਵਿਚਾਰ ਸੀਗੇ। ਔਰ ਮੈਂ ਸਮਝਦਾ ਵਾਂ ਕਿ ਗਲਤ ਕੰਮ ਦਾ ਨਤੀਜਾ ਕਦੀ ਚੰਗਾ ਨਹੀਂ ਨਿਕਲੇਗਾ। ਇਹੀ ਬਸ ਕਹਿਣਾ ਸੀਗਾ ਅੱਜ ਦੋਨਾਂ ਇਸ਼ੂਜ਼ ਦੇ ਉੱਤੇ। ਇੱਕ ਜੋ ਕੁੱਟਮਾਰ ਹੋਈ ਹੈ ਤੇ ਜੋ ਬਦਲਾਖੋਰੀ ਦੀ ਕਾਰਵਾਈ ਸਾਡੇ ਲੋਕਾਂ ਦੇ ਖਿਲਾਫ ਕੀਤੀ ਜਾ ਰਹੀ ਹੈ। ਉਮੀਦ ਹੈ ਤੁਸੀਂ ਸਾਰੇ ਬੜੇ ਸਮਝਦਾਰ ਹੋ ਔਰ ਇਸ ਗੱਲ ਨੂੰ ਠੀਕ ਸਮਝਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।